ਆਪ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਅਤੇ ਮੁਬਾਰਕਾਂ ਕਿਸਾਨ ਸੰਘਰਸ਼ ਜਿੱਤਣ ਦੀਆਂ। ਅਸਲ ਵਿੱਚ ਤਾਂ ਇਹ ਕਿ ਕਿਸਾਨ ਸੰਘਰਸ਼ ਨਹੀਂ ਜਿੱਤਿਆ, ਇਹ ਦੇਸ਼ ਦੇ ਲੋਕ ਜਿੱਤੇ ਨੇ। ਇਹ ਦੇਸ਼ ਦੇ ਲੋਕ ਜਿਨ੍ਹਾਂ ਨੇ ਸਬਰ, ਸੰਤੋਖ, ਸਿਰੜ ਨਾਲ ਸੱਚਾਈ ਦਾ ਪੱਲਾ ਫੜੀ ਰੱਖਿਆ ਅਤੇ ਇੱਕ ਲੰਮਾ ਸ਼ਾਂਤਮਈ ਅੰਦੋਲਨ ਚਲਾਇਆ ਅਤੇ ਸਿੱਟੇ ਵਜੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਨਾ ਇਹ ਸੰਘਰਸ਼ ਪਹਿਲਾਂ ਹੈ, ਨਾ ਇਹ ਜਿੱਤ ਆਖਰੀ ਆ। ਹੋਰ ਵੀ ਸੰਘਰਸ਼ ਅੱਗੇ ਆਉਣਗੇ ਅਤੇ ਹੋਰ ਵੀ ਜਿੱਤਾਂ ਪ੍ਰਾਪਤ ਕਰਨਗੇ। ਇਸ ਕਿਸਾਨ ਸੰਘਰਸ਼ ਦਾ ਜਿਹੜਾ ਇੱਕ ਵਰ੍ਹਾ ਉਹ ਭਾਰਤ ਦੇ ਇਤਿਹਾਸ ਵਿੱਚ ਹੀ ਨਹੀਂ, ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਊਗਾ ਕਿ ਜਦੋਂ ਇੱਕ ਹੰਕਾਰੀ ਜਿਹੜੀ ਸਰਕਾਰ ਆ ਉਸ ਦਾ ਗਰੂਰ ਤੋੜਿਆ, ਹੰਕਾਰ ਤੋੜਿਆ, ਲੋਕਾਂ ਨੇ ਆਪਣੀ ਆਵਾਜ਼ ਉੱਪਰ ਚੁੱਕੀ ਅਤੇ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਅੰਦੋਲਨ ਦੀਆਂ ਕੁਝ ਖਾਸੀਅਤਾਂ ਨੇ, ਉਹ ਖਾਸੀਅਤਾਂ ਸਾਨੂੰ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ। ਸਭ ਤੋਂ ਪਹਿਲੀ ਗੱਲ ਕਿ ਸਥਿਤੀ ਨੂੰ, ਸੱਚਾਈ ਨੂੰ ਸਮਝਣਾ ਅਤੇ ਉਸ ਉੱਪਰ ਮੁੜ ਕੇ ਸਿਰੜ ਨਾਲ ਡਟ ਜਾਣਾ। ਦੂਸਰੀ ਜਿਹੜੀ ਇਹਦੀ ਮਹੱਤਵਪੂਰਨ ਗੱਲ ਆ ਕਿ ਸਾਰੇ ਇਲਜ਼ਾਮਾਂ ਦੇ ਬਾਵਜੂਦ, ਸਾਰੀਆਂ ਪ੍ਰਚਾਰ ਸਾਧਨਾਂ ਦੇ ਬਾਵਜੂਦ ਕਿ ਜਿਹੜੇ ਕਿਸਾਨ ਅੰਦੋਲਨ ਦੇ ਖਿਲਾਫ ਲੱਗੇ ਹੋਏ ਸੀ, ਕਿਸਾਨਾਂ ਨੇ ਨਾ ਤਾਂ ਅਹਿੰਸਕ ਹੋਏ ਆ, ਲਗਾਤਾਰ ਉਹਨਾਂ ਦੇ ਉੱਪਰ ਇਹ ਦਬਾਅ ਪੈਂਦਾ ਰਿਹਾ ਕਿ ਹਿੰਸਾਤਮਕ ਕਾਰਵਾਈਆਂ ਨਾ ਹੋ ਜਾਣ, ਕਿਤੇ ਕੋਈ ਤੋੜ ਭੰਨ ਨਾ ਹੋ ਜੇ। ਲਗਾਤਾਰ ਉਹਨਾਂ ਨੇ ਸ਼ਾਂਤਮਈ ਰਹਿ ਕੇ ਹਿੰਸਾ ਦਾ ਪੱਲਾ ਫੜ ਕੇ ਇਸ ਸੰਘਰਸ਼ ਨੂੰ ਲੜਿਆ ਅਤੇ ਯਾਦ ਕਰਾਇਆ ਸਾਨੂੰ ਉਹ ਪੁਰਾਣੇ ਯੋਧਿਆਂ ਨੂੰ ਜਿਨ੍ਹਾਂ ਨੇ ਇਸ ਸੰਘਰਸ਼ ਦਾ ਆਰੰਭ ਕੀਤਾ ਸੀ। ਦੂਜੀ ਜਿਹੜੀ ਗੱਲ ਇਹਦੇ ਵਿੱਚ ਮਹੱਤਵਪੂਰਨ ਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਜਾਣਦੇ ਹਾਂ ਕਿ ਇੱਕ ਵਿਚਾਰਧਾਰਾ ਦੀਆਂ ਨਹੀਂ, ਉਹਨਾਂ ਦਾ ਪਿਛੋਕੜ ਇੱਕ ਨਹੀਂ, ਪਰ ਜਿਸ ਤਰ੍ਹਾਂ ਉਹਨਾਂ ਨੇ ਇੱਕ ਮੁੱਦੇ 'ਤੇ ਏਕਤਾ ਬਣਾਈ ਰੱਖੀ ਆ ਉਹ ਸਲਾਹੁਣਯੋਗ ਆ। ਅਤੇ ਇਸ ਸਮੇਂ ਉਹਨਾਂ ਬੁੱਧੀਜੀਵੀਆਂ ਨੂੰ, ਚਾਹੇ ਉਹ ਦਵਿੰਦਰ ਕੁਮਾਰ ਹੋਵੇ, ਚਾਹੇ ਉਹ ਪੀ ਸਾਈਨਾਥ ਹੋਵੇ, ਚਾਹੇ ਉਹ ਗਿਆਨ ਸਿੰਘ ਹੋਵੇ, ਚਾਹੇ ਉਹ ਸੁਖਪਾਲ ਹੋਵੇ, ਜਿਵੇਂ ਨਿਰੰਤਰ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ, ਚਾਹੇ ਸਵਰਾਜ ਵੀਰ ਹੋਵੇ, ਕਿ ਜਿਵੇਂ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ, ਉਹਦੇ ਲਈ ਆਧਾਰ ਮੁਹੱਈਆ ਕਰਾਏ, ਤਾਂ ਉਹ ਵੀ ਇਸ ਸਮੇਂ ਧੰਨਵਾਦ ਦੇ ਪਾਤਰ ਨੇ। ਮੀਡੀਏ ਦਾ ਉਹ ਹਿੱਸਾ, ਮੁੱਖ ਧਾਰਾ ਦਾ ਮੀਡੀਆ ਜਦੋਂ ਵਿਰੁੱਧ ਹੋਵੇ, ਮੀਡੀਏ ਦਾ ਉਹ ਹਿੱਸਾ ਕਿ ਜਿਨ੍ਹਾਂ ਨੇ ਚਾਹੇ ਸੋਸ਼ਲ ਮੀਡੀਆ ਦੇ ਰਾਹੀਂ, ਚਾਹੇ ਵਟਸਐਪ ਰਾਹੀਂ, ਚਾਹੇ ਫੇਸਬੁੱਕ ਰਾਹੀਂ ਇਸ ਦਾ ਲਗਾਤਾਰ ਕਿਸਾਨਾਂ ਦੇ ਹੱਕ 'ਚ ਪ੍ਰਚਾਰ ਕੀਤਾ। ਅਤੇ ਇਹ ਉਹ ਸਮਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਵਾਲਾ ਕਿ ਜਿਹੜੇ ਕੋਈ 700 ਤੋਂ ਵੀ ਉੱਪਰ ਜਿਹੜੇ ਕਿਸਾਨ ਸ਼ਹੀਦ ਹੋਏ ਆ। ਬਿਨਾਂ ਸ਼ੱਕ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਗੱਲਾਂ ਉੱਠਣਗੀਆਂ ਕਿ ਸ਼ਹਾਦਤ ਦੇ ਬਹੁਤ ਲੋਕ ਡਿਕਸ਼ਨਰੀ ਕਨਸੈਪਟ ਕੱਢ ਕੇ ਲਿਆਉਣਗੇ, ਪਰ ਅਸਲ ਵਿੱਚ ਉਹ ਇੱਕ ਵੱਡੇ ਕਾਜ ਦੇ ਲਈ ਉਹਨਾਂ ਸਾਰਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ। ਸਾਡੇ ਲਈ ਉਹ ਸ਼ਹੀਦ ਨੇ, ਸਤਿਕਾਰਯੋਗ ਨੇ। ਲਾਜ਼ਮੀ ਤੌਰ 'ਤੇ ਕਿ ਆਉਣ ਵਾਲੀਆਂ ਨਸਲਾਂ ਉਹਨਾਂ ਤੋਂ ਪ੍ਰੇਰਨਾ ਲੈਣ। ਪਿੰਡ ਪਿੰਡ, ਇਲਾਕੇ ਇਲਾਕੇ ਦੇ ਵਿੱਚ ਉਹਨਾਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੀ ਪੀੜ੍ਹੀ ਉਹਨਾਂ ਤੋਂ ਪ੍ਰੇਰਨਾ ਲੈ ਸਕੇ। ਔਰ ਅਗਲੀ ਗੱਲ ਕਿ ਇਸ ਕਿਸਾਨ ਸੰਘਰਸ਼ ਨੇ ਦੂਸਰਿਆਂ ਦੇ ਲਈ ਇੱਕ ਰਸਤਾ ਦਰਸਾਇਆ ਕਿ ਜੇ ਤੁਸੀਂ ਸੱਚਾਈ 'ਤੇ ਖੜ੍ਹੇ ਆ, ਤੁਸੀਂ ਦ੍ਰਿੜਤਾ ਨਾਲ ਖੜ੍ਹੇ ਆ, ਆਪਣੀ ਗੱਲ ਨੂੰ ਲੌਜਿਕ ਨਾਲ ਰੱਖਦੇ ਆ, ਲਗਾਤਾਰ ਉਹਦੇ 'ਤੇ ਪਹਿਰਾ ਦਿੰਦੇ ਆ ਅਤੇ ਦੂਸਰਿਆਂ ਨਾਲ ਤਾਲਮੇਲ ਕਰਕੇ ਚੱਲਦੇ ਆ, ਗੱਲਬਾਤ ਤੋਂ ਨਹੀਂ ਭੱਜਦੇ ਪਰ ਮੈਦਾਨ ਛੱਡ ਕੇ ਵੀ ਨਹੀਂ ਭੱਜਦੇ, ਤਾਂ ਲਾਜ਼ਮੀ ਤੁਹਾਡੀ ਜਿੱਤ ਪ੍ਰਾਪਤ ਹੋਊਗੀ। ਸਾਰੇ ਜਿਹੜੇ ਸੰਘਰਸ਼ੀਲ ਯੋਧੇ ਆ, ਜਿਹੜੀ ਇਹ ਕਿਸਾਨ ਲੀਡਰਸ਼ਿਪ ਆ, ਉਹ ਲੀਡਰਸ਼ਿਪ ਸਿਰਫ ਪੰਜਾਬ ਦੀ ਲੀਡਰਸ਼ਿਪ ਨੂੰ ਇਸ ਕਰਕੇ ਵਧੇਰੇ ਵਧਾਈ ਦੇਣੀ ਕਿ ਉਹ ਟਾਰਚ ਬੇਰਰ ਬਣੇ, ਉਹ ਅਗਵਾਨੂ ਬਣੇ। ਉਹਨਾਂ ਨੇ ਆਰੰਭ ਕੀਤਾ, ਪਰ ਦੂਸਰੇ ਰਾਜਾਂ ਦੇ ਜਿਹੜੇ ਕਿਸਾਨ ਨੇਤਾ ਨੇ ਉਹਨਾਂ ਦਾ ਯੋਗਦਾਨ ਵੀ ਘਟਾ ਕੇ ਨਹੀਂ ਵੇਖਣਾ ਚਾਹੀਦਾ। ਉਹਨਾਂ ਨੂੰ ਵੀ ਸਲੂਟ ਆ, ਪੰਜਾਬ ਦੇ ਕਿਸਾਨਾਂ ਨੂੰ ਵੀ ਸਲੂਟ ਆ, ਉਹਨਾਂ ਦੇ ਨੇਤਾਵਾਂ ਨੂੰ ਵੀ ਸਲੂਟ ਆ, ਅਤੇ ਸਭ ਤੋਂ ਵੱਧ ਸਲੂਟ ਆ ਉਹਨਾਂ ਮਾਤਾਵਾਂ ਨੂੰ, ਉਹਨਾਂ ਭੈਣਾਂ ਨੂੰ,
ਉਹਨਾਂ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਐਡੀ ਵੱਡੀ ਪੱਧਰ 'ਤੇ ਸਰਗਰਮੀ ਨਾਲ ਹਿੱਸਾ ਲਿਆ। ਪੁਰਾਣੇ ਅੰਦੋਲਨਾਂ ਦੇ ਵਿੱਚ ਵੀ ਔਰਤਾਂ ਕੰਮ ਕਰਦੀਆਂ ਸੀ, ਪੁਰਾਣੇ ਅੰਦੋਲਨਾਂ ਦੇ ਵਿੱਚ ਵੀ ਪਿੱਛੇ ਰਹਿ ਕੇ ਘਰ-ਬਾਰ ਸੰਭਾਲਦੀਆਂ ਸੀ, ਪਰ ਇਸ ਵਾਰ ਜਿਵੇਂ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ, ਉਹਨਾਂ ਕਲਾਕਾਰਾਂ ਦਾ, ਉਹਨਾਂ ਅਦਾਕਾਰਾਂ ਦਾ, ਉਹਨਾਂ ਕਵੀਆਂ ਦਾ, ਕਿ ਜਿਹੜੇ ਉੱਥੇ ਗਏ, ਉੱਥੇ ਬੈਠ ਕੇ ਸੁਖਵਿੰਦਰ ਅੰਮ੍ਰਿਤ ਵਰਗੀਆਂ ਨੇ ਰੋਟੀਆਂ ਪਕਾਈਆਂ। ਨਿਸ਼ਚੇ ਮੈਂ ਕਿ ਉਹਨਾਂ ਸਾਰਿਆਂ ਦੀਆਂ ਦੁਆਵਾਂ ਨਾਲ ਇਹ ਸੰਘਰਸ਼ ਜਿੱਤਿਆ ਹੈਗਾ। ਨਿਸ਼ਚੇ ਹੀ ਪਾਤਰ ਦੀ ਗੱਲ ਸਹੀ ਹੈ ਕਿ ਬਾਤ ਕੇਵਲ ਇੰਨੀ ਨਹੀਂ ਆ, ਬਾਤ ਉਦੋਂ ਅੱਗੇ ਆ। ਅਤੇ ਮੈਂ ਇਹ ਸਮਝਦਾ ਕਿ ਇਸ ਸੰਘਰਸ਼ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਜਿਹੜਾ ਭਾਰਤ ਆ ਜਾਂ ਜਿਹੜਾ ਪੰਜਾਬ ਆ, ਉਹ ਬਹੁਤ ਲੋਕ ਆ ਜਿਹੜੇ ਉਹਨੂੰ ਧਰਮਾਂ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰਨਗੇ, ਪਰ ਇਹ ਨਹੀਂ ਵੰਡਿਆ ਜਾਵੇਗਾ। ਦੂਜੀ ਗੱਲ ਕਿ ਜੇ ਸੱਚਾਈ ਤੁਹਾਡੇ ਨਾਲ ਆ, ਤੁਸੀਂ ਖੜ੍ਹੇ ਆ, ਤਾਂ ਤੁਸੀਂ ਜਿੱਤੋਗੇ। ਅਤੇ ਉਸ ਜਿੱਤ ਦਾ ਸਿਹਰਾ ਪੰਜਾਬ ਦੇ ਲੋਕਾਂ ਦੇ ਸਿਰ, ਪੰਜਾਬ ਦੇ ਕਿਸਾਨਾਂ ਦੇ ਸਿਰ ਦੇ ਨਾਲ ਨਾਲ ਭਾਰਤ ਦੇ ਲੋਕਾਂ ਦੇ ਸਿਰ ਹੀ ਨਹੀਂ, ਉਹ ਸਾਰੇ ਇਨਸਾਫ ਪਸੰਦ ਲੋਕਾਂ ਦੇ ਸਿਰ ਆ ਕਿ ਜਿਹੜੇ ਸੰਸਾਰ ਦੇ ਕਿਸੇ ਵੀ ਕੋਨੇ 'ਤੇ ਬੈਠਿਆਂ ਨੇ ਇਹਦੇ ਲਈ ਆਵਾਜ਼ ਉਠਾਈ, ਚਾਹੇ ਉਹ NRI ਵੀਰ ਹੋਣ ਅਤੇ ਚਾਹੇ ਉਹ ਕਿ ਜਿਹੜੇ ਸਿੱਧੇ ਤੌਰ 'ਤੇ ਭਾਰਤ ਦੇ ਕੁਝ ਵੀ ਨਹੀਂ ਲੱਗਦੇ, ਕਿਸਾਨਾਂ ਦੇ ਕੁਝ ਵੀ ਨਹੀਂ ਲੱਗਦੇ, ਪੰਜਾਬੀਆਂ ਦੇ ਕੁਝ ਵੀ ਨਹੀਂ ਲੱਗਦੇ, ਪਰ ਇਸ ਦੇ ਬਾਵਜੂਦ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਅੰਤਰਰਾਸ਼ਟਰੀ ਪੱਧਰ 'ਤੇ। ਉਹ ਚਾਹੇ ਨੋਮ ਚਮਸਕੀ ਹੋਵੇ, ਅਤੇ ਚਾਹੇ ਉਹ ਗ੍ਰੇਟਾ ਥੁਨਬਰਗ ਹੋਵੇ, ਅਤੇ ਚਾਹੇ ਉਹ ਰਿਹਾਨਾ ਹੋਵੇ, ਉਹਨਾਂ ਨੂੰ ਵੀ ਸਲੂਟ। ਸੱਚਮੁੱਚ ਸਾਰਿਆਂ ਦੀ ਜਿੱਤ ਆ, ਮਨੁੱਖਤਾ ਦੀ ਜਿੱਤ ਆ। ਅਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਗਲੋਬਲ ਕਾਰਪੋਰੇਟ ਆ, ਉਹਦੇ ਲਈ ਇੱਕ ਮਾਡਲ ਪ੍ਰੋਵਾਈਡ ਕਰਦੇ ਆ ਕਿ ਕਿਵੇਂ ਤੁਸੀਂ ਉਹਨਾਂ ਦੀਆਂ ਚਾਲਾਂ ਦਾ, ਉਹਨਾਂ ਦੀਆਂ ਨੀਤੀਆਂ ਦਾ, ਜਿਹੜੀਆਂ ਮਨੁੱਖ ਮਾਰੂ ਨੇ, ਉਹਨਾਂ ਦਾ ਤੁਸੀਂ ਟਾਕਰਾ ਕਰ ਸਕਦੇ ਆ, ਉਹ ਉਹਨਾਂ ਦਾ ਹਮਲੇ ਦਾ ਜਵਾਬ ਦੇ ਸਕਦੇ ਆ। ਨਿਸ਼ਚੇ ਹੀ ਜਿਹੜੀਆਂ ਸੰਘਰਸ਼ਸ਼ੀਲ ਧਿਰਾਂ ਨੇ, ਜਿਹੜੀਆਂ ਸੱਤਾ ਦੇ ਦਾਅਵੇ ਦੇ ਖਿਲਾਫ ਲੜ ਰਹੀਆਂ ਨੇ, ਉਹਨਾਂ ਲਈ ਇਹ ਕਿਸਾਨ ਮਾਡਲ ਇੱਕ ਰੋਲ ਮਾਡਲ ਦੇ ਤੌਰ 'ਤੇ ਵਿਚਰ ਸਕਦਾ ਹੈਗਾ। ਇਸ ਦੀ ਅਕਾਦਮਿਕ ਸਟੱਡੀ ਵੀ ਹੋਣੀ ਚਾਹੀਦੀ ਹੈ, ਅਤੇ ਇਸ ਦਾ ਇਸ ਪੱਖੋਂ ਮੁਲਾਂਕਣ ਵੀ ਹੋਣਾ ਚਾਹੀਦਾ ਹੈਗਾ। ਜਿੱਤ ਹੋਈ ਆ, ਇਸ ਜਿੱਤ ਦੀਆਂ ਤੁਹਾਨੂੰ ਸਭ ਨੂੰ ਮੁਬਾਰਕਾਂ। ਬੜੇ ਲੰਮੇ ਦਿਨ ਹੋ ਗਏ, ਕਿੰਨੇ ਦਿਨ ਹੋ ਗਏ ਕਿ ਆਪਣੇ YouTube ਚੈਨਲ 'ਤੇ ਹਮੇਸ਼ਾ ਆਪਾਂ ਅਕੈਡਮਿਕ ਵੀਡੀਓ ਹੀ ਪਾ ਰਹੇ ਹੈਗੇ ਆ, ਕਿਉਂਕਿ ਵਿਦਿਆਰਥੀਆਂ ਦੇ ਪੇਪਰ ਸੀਗੇ, ਪਰ ਅੱਜ ਮਨ ਕੀਤਾ ਕਿ ਇਸ ਸਮੇਂ ਤੁਹਾਨੂੰ ਵਧਾਈ ਦਿੱਤੀ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ। ਮਿਹਰਬਾਨੀ, ਸ਼ੁਕਰੀਆ, ਧੰਨਵਾਦ।